ਗੁੱਡ ਮਾਰਨਿੰਗ ਬੇਟਾ। ਜਿਵੇਂ ਆਪਾਂ ਆਲਮੋਸਟ BA ਫਾਈਨਲ ਦਾ ਸਿਲੇਬਸ ਕਰ ਚੁੱਕੇ ਹਾਂ। ਜਿਵੇਂ ਸੈਕਸ਼ਨ A, ਸੈਕਸ਼ਨ B ਮਤਲਬ ਕਿ ਹਰੇਕ ਚੋਂ ਮਤਲਬ ਦੋ ਕੁਐਸਚਨ ਆਲਮੋਸਟ ਆਉਂਦੇ ਨੇ। ਸੈਕਸ਼ਨ A, ਸੈਕਸ਼ਨ B ਅਤੇ ਸੈਕਸ਼ਨ C। ਠੀਕ ਆ, ਇਹਦੇ ਵਿੱਚ ਕੁਝ ਚੈਪਟਰ ਜਿਹੜੇ ਹੈਗੇ ਆ ਕੱਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕੋਰਡਿੰਗ। ਠੀਕ ਆ, ਸੈਕਸ਼ਨ D ਅਤੇ ਬਟ ਇੱਥੇ ਇਹ ਚੀਜ਼ ਬੜਾ ਯਾਦ ਰੱਖਣਾ ਕਿ ਜਿਹੜਾ ਆਹ ਸੈਕਸ਼ਨ ਆ ਜਿਹਦੇ ਵਿੱਚ, ਕਿਉਂਕਿ ਤੁਲਨਾਤਮਕ ਦੀ ਗੱਲ ਕਰ ਰਹੇ ਆ ਆਪਣੀ ਬੁੱਕ ਤੁਲਨਾਤਮਕ ਆ। ਆਪਣੀ ਬੁੱਕ ਦਾ ਨਾਂ ਹੀ ਕੰਪੈਰੇਟਿਵ ਪੋਲੀਟੀਕਲ ਸਿਸਟਮ ਆ ਅਤੇ ਇਸ ਕਰਕੇ ਇਸ ਨਾਲ ਰਿਲੇਟਡ ਜਿਹੜੀ ਹੈਗਾ ਇੱਕ ਕੁਐਸਚਨ ਜ਼ਰੂਰ ਆ ਜਾਂਦਾ ਹੈਗਾ ਕਿ ਅਮਰੀਕਾ ਜਾਂ ਬਰਤਾਨੀਆ ਦੀ ਸੰਵਿਧਾਨਕ ਪ੍ਰਣਾਲੀ ਦੀ ਤੁਲਨਾ ਹੋ ਸਕਦੀ ਹੈਗੀ ਆ। ਇਹਨਾਂ ਰਿਲੇਟਡ ਉਹਨਾਂ ਨੇ ਪਿੱਛੇ ਤੁਹਾਡੇ GS ਬਡਿਆਲ ਦੀ ਬੁੱਕ ਵਿੱਚ ਪਿੱਛੇ ਚੈਪਟਰ ਦਿੱਤੇ ਹੈਗੇ ਨੇ ਅਤੇ ਇਹਦੇ ਵਿੱਚੋਂ ਇੱਕ ਕੁਐਸਚਨ ਜ਼ਰੂਰ ਹੀ ਹਰ ਹਾਲਤ ਵਿੱਚ ਆਉਂਦਾ ਹੈ ਅਤੇ ਇਸ ਨਾਲ ਰਿਲੇਟਡ ਜਿਹੜਾ ਹੈਗਾ ਆਪਾਂ ਫਸਟ ਚੈਪਟਰ ਕਰਨ ਜਾ ਰਹੇ ਹੈਗੇ ਹਾਂ। ਠੀਕ ਹੈ, ਕਿ ਜਿਹੜਾ ਇੱਕ ਕੁਐਸਚਨ ਜਿਹੜਾ ਹੈਗਾ ਜ਼ਰੂਰ ਹੁੰਦਾ ਜਾਂ 4th ਜਾਂ 5th ਪਾਰਟ ਵਿੱਚ ਆ ਜਾਂਦਾ ਹੁੰਦਾ ਹੈ। ਬਹੁਤ ਈਜ਼ੀ ਹੈ, ਨਾਲੇ ਉਹ ਸਾਰਾ ਸਿਲੇਬਸ ਜਿਹੜਾ ਹੈਗਾ ਰਿਵਾਈਜ਼ ਹੋ ਜਾਂਦਾ ਹੈਗਾ ਵਾ। ਹਾਂਜੀ, ਇਸ ਦਾ ਮਤਲਬ ਵੀ ਫਸਟ ਕੁਐਸਚਨ ਬਣ ਜਾਂਦਾ ਹੈਗਾ ਵਾ ਕਿ ਅਮਰੀਕਾ ਅਤੇ ਬਰਤਾਨੀਆ ਦੀ ਸੰਵਿਧਾਨਕ ਪ੍ਰਣਾਲੀਆਂ ਦੀ ਤੁਲਨਾ ਕਰੋ, ਤੁਲਨਾਤਮਕ ਅਧਿਐਨ ਕਰੋ। ਜਿਵੇਂ ਕਿ ਕਹਿੰਦੇ ਕਿ ਆਪਾਂ ਨੂੰ ਪਤਾ ਹੈ ਕਿ ਬਰਤਾਨੀਆ ਅਤੇ ਅਮਰੀਕਾ ਜਿਹੜੇ ਕਿ ਸੰਸਾਰ ਦੇ ਦੋ ਪ੍ਰਮੁੱਖ ਲੋਕਤੰਤਰੀ ਦੇਸ਼ ਨੇ। ਇਹਦੇ ਵਿੱਚ ਕਾਫੀ ਸਾਂਝਾ ਪਾਈਆਂ ਨੇ, ਬਟ ਇਸ ਦੀ ਸਾਂਝਾ ਦੇ ਬਾਵਜੂਦ ਇਸ ਵਿੱਚ ਕਾਫੀ ਅੰਤਰ ਨੇ। ਅੰਤਰ ਕੀ ਹੈ? ਫਸਟ ਆਫ ਆਲ ਹੈਗਾ ਬਰਤਾਨੀਆ ਵਿੱਚ ਸੰਵਿਧਾਨ ਜਿਹੜਾ ਹੈਗਾ ਵਾ ਲਿਖਤੀ ਆ, ਜਦ ਕਿ ਅਮਰੀਕਾ ਦਾ ਸੰਵਿਧਾਨ ਲਿਖਤੀ ਹੈ। ਕਿਉਂਕਿ ਜਿਹੜਾ ਬਰਤਾਨੀਆ ਦਾ ਸੰਵਿਧਾਨ ਆ ਉਹ ਨਿਸ਼ਚਿਤ ਸਮੇਂ ਵਿੱਚ ਕਿਸੇ ਸਭਾ ਦੁਆਰਾ ਬਣਾਇਆ ਨਹੀਂ ਗਿਆ। ਉਹ ਕੁਝ ਉਹਦੇ ਭਾਗ ਅਧਿਕਾਰ ਪੱਤਰ ਤੋਂ ਲੈ ਗਏ ਆ, ਕੁਝ ਚਾਰਟਰਾਂ ਤੋਂ, ਕੁਝ ਬੇਨਤੀ ਪੱਤਰ ਤੋਂ ਅਤੇ ਕੁਝ ਸੰਸਦੀ ਕਾਨੂੰਨ ਤੋਂ ਦੁਆਰਾ ਲੈ ਗਏ। ਇਸ ਤਰ੍ਹਾਂ ਉਹ ਸਟੈਪ ਬਾਏ ਸਟੈਪ ਵਿਕਾਸ ਹੋਇਆ ਵਾ। ਬਟ ਅਮਰੀਕਾ ਵਿੱਚ ਜਿਹੜਾ ਹੈਗਾ ਵਾ ਸੰਵਿਧਾਨ ਇੱਕ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਵਾ ਅਤੇ ਇਹਦੀਆਂ 7 ਧਾਰਾਵਾਂ ਨੇ। ਇੱਕ ਨਿਸ਼ਚਿਤ ਕਿਤਾਬ ਆ, ਕਾਨੂੰਨੀ ਕਿਤਾਬ ਆ, 7 ਧਾਰਾਵਾਂ ਨੇ। ਇਹਦੇ ਵਿੱਚ 27 ਸੋਧਾਂ ਹੋ ਚੁੱਕੀਆਂ ਨੇ। ਨੈਕਸਟ ਹੈਗਾ ਵਾ ਇਹਦਾ ਅੰਤਰ ਹੈ ਕਿ ਬਰਤਾਨੀਆ ਸੰਵਿਧਾਨ ਵਿਕਸਿਤ ਹੈ ਜਦ ਕਿ ਅਮਰੀਕਾ ਸੰਵਿਧਾਨ ਬਣਾਇਆ ਗਿਆ ਹੈ। ਕਿਉਂਕਿ ਬਰਤਾਨੀਆ ਸੰਵਿਧਾਨ ਜਿਹੜਾ ਐਂਗਲੋ ਸੈਕਸਨ ਕਾਲ ਦੌਰਾਨ ਹੀ ਇਸ ਦਾ ਜਿਹੜਾ ਵਿਕਸਿਤ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਇਸ ਕਰਕੇ ਨਿਸ਼ਚਿਤ ਸਮੇਂ ਕੋਈ ਬਣਾਇਆ ਨਹੀਂ ਗਿਆ। ਬਟ ਅਮਰੀਕਾ ਦਾ ਸੰਵਿਧਾਨ ਜਿਹੜਾ ਹੈਗਾ ਫਿਲਾਡੈਲਫੀਆ ਕਨਵੈਨਸ਼ਨ ਦੀ ਸਭਾ ਦੁਆਰਾ ਬਣਾਇਆ ਗਿਆ ਹੈ 4 ਮਾਰਚ 1799 ਨੂੰ। ਨੈਕਸਟ ਹੈ ਬਰਤਾਨੀਆ ਸੰਵਿਧਾਨ ਲਚਕੀਲਾ ਹੈ ਜਦ ਕਿ ਅਮਰੀਕਾ ਦਾ ਸੰਵਿਧਾਨ ਕਠੋਰ ਹੈ। ਲਚਕੀਲਾ ਦਾ ਭਾਵ ਕਿ ਜਦੋਂ ਮਤਲਬ ਵੀ ਤੁਸੀਂ ਆਰਾਮ ਦੇ ਨਾਲ ਉਸ ਦੇ ਵਿੱਚ ਕਿਸੇ ਕਾਨੂੰਨੀ ਕਿਤਾਬ ਵਿੱਚ ਚੇਂਜ ਕਰ ਸਕਦੇ ਹੋ। ਕਠੋਰ ਭਾਵ ਜੇ ਤੁਸੀਂ ਉਸ ਦੇ ਵਿੱਚ ਚੇਂਜ ਕਰ ਲਈ, ਤੁਹਾਨੂੰ ਸਾਰਿਆਂ ਦੀ ਜਿਹੜੀ ਕੀ ਆ ਮੈਜੋਰਟੀ ਚਾਹੀਦੀ ਹੈਗੀ ਆ। ਕਿਉਂਕਿ ਕਹਿੰਦਾ ਕਿ ਰੀਜ਼ਨ ਕੀ ਆ ਕਿ ਇੰਗਲੈਂਡ ਦਾ ਜਿਹੜਾ ਸਧਾਰਨ ਕਾਨੂੰਨ ਅਤੇ ਸੰਵਿਧਾਨ ਕਾਨੂੰਨ ਵਿੱਚ ਕੋਈ ਖਾਸ ਅੰਤਰ ਨਹੀਂ ਕੀਤਾ ਜਾਂਦਾ ਹੈਗਾ। ਇਸ ਕਰਕੇ ਉਹ ਮਤਲਬ ਵੀ ਆਰਾਮ ਦੇ ਨਾਲ ਉਹਦੇ ਵਿੱਚ ਚੇਂਜ ਹੋ ਜਾਂਦੀ, ਕਿਤਾਬ ਦੇ ਵਿੱਚ ਕੋਈ ਵੀ ਚੇਂਜ ਕਰਨਾ ਹੋ ਜਾਂਦਾ ਹੈ। ਇਸ ਕਰਕੇ ਉਹ ਲਚਕੀਲਾ ਸੰਵਿਧਾਨ ਆ। ਬਟ ਅਮਰੀਕਾ ਦਾ ਸੰਵਿਧਾਨ ਕਠੋਰ ਆ। ਕਠੋਰ ਰੀਜ਼ਨ ਕੀ ਆ ਕਿ ਜਦੋਂ ਵੀ ਤੁਸੀਂ ਕੋਈ ਸੰਵਿਧਾਨ ਵਿੱਚ ਕੋਈ ਚੇਂਜ ਕਰਨੀ ਆ ਤਾਂ ਤੁਹਾਨੂੰ ਜਿੱਦਾਂ ਉੱਥੇ 51-52 ਰਾਜ ਨੇ, ਤੁਹਾਨੂੰ 3/4 ਰਾਜਾਂ ਦੀ ਜਿਹੜੀ ਹੈਗੀ ਆ ਪ੍ਰਵਾਨਗੀ ਬਹੁਮਤ ਹਾਸਲ ਕਰਨਾ ਪਏਗਾ। ਇਸੇ ਇਹੋ ਰੀਜ਼ਨ ਆ ਕਿ 200 ਸਾਲ ਹੋ ਗਏ ਇਸ ਸੰਵਿਧਾਨ ਬਣੇ ਨੂੰ, ਬਟ ਸਿਰਫ ਇਹਦੇ ਵਿੱਚ ਅਜੇ ਤੱਕ 27 ਸੋਧਾਂ ਹੀ ਹੋਈਆਂ ਨੇ। ਨੈਕਸਟ ਹੈਗਾ ਬਰਤਾਨੀਆ ਵਿੱਚ ਰਾਜਤੰਤਰ ਹੈ ਜਾਂ ਅਮਰੀਕਾ 'ਚ ਗਣਤੰਤਰ ਹੈ। ਰਾਜਤੰਤਰ ਤੋਂ ਭਾਵ ਹੁੰਦਾ ਹੈ, ਤੰਤਰ ਦਾ ਮਤਲਬ ਹੁੰਦਾ ਸ਼ਾਸਨ, ਅਤੇ ਰਾਜ ਦਾ ਤੰਤਰ ਦਾ ਭਾਵ ਹੁੰਦਾ ਹੈ ਰਾਜਾ, ਰਾਜੇ ਦੁਆਰਾ ਜਦੋਂ ਸ਼ਾਸਨ ਚਲਾਇਆ ਜਾਂਦਾ ਹੈ। ਅਤੇ ਗਣਤੰਤਰ ਦਾ ਭਾਵ ਹੁੰਦਾ ਗਣ ਹੁੰਦੀ ਲੋਕ ਅਤੇ ਲੋਕਾਂ ਦੁਆਰਾ ਜਦੋਂ ਸ਼ਾਸਨ ਚਲਾਇਆ ਜਾਂਦਾ ਵੇ। ਕਿਉਂਕਿ ਬਰਤਾਨੀਆ ਵਿੱਚ ਹਮੇਸ਼ਾ ਜਿਹੜਾ ਹੈਗਾ ਕੋਈ ਉਹਨਾਂ ਦਾ ਜਿਹੜਾ ਮੁਖੀ ਆ ਰਾਜਾ ਜਾਂ ਰਾਣੀ ਹੁੰਦੀ ਹੈ। ਹੁਣ ਵੀ ਉੱਥੇ ਮਹਾਰਾਣੀ ਐਲਿਜ਼ਾਬੈਥ ਆ, ਇਸ ਕਰਕੇ ਉਸ ਨੂੰ ਆਪਾਂ ਰਾਜਤੰਤਰ ਕਹਿੰਦੇ ਹਾਂ। ਬਟ ਜਿਹੜਾ ਅਮਰੀਕਾ ਵਿੱਚ ਉਹ ਗਣਤੰਤਰ ਆ। ਰੀਜ਼ਨ ਕੀ ਆ? ਕਿਉਂਕਿ ਉੱਥੇ ਰਾਸ਼ਟਰਪਤੀ ਚੁਣਿਆ ਜਾਂਦਾ ਅਤੇ ਅਪਰਤੱਖ ਰੂਪ ਵਿੱਚ ਚੁਣਿਆ ਜਾਂਦਾ ਅਤੇ ਨਿਸ਼ਚਿਤ ਮਿਆਦ ਲਈ ਚੁਣਿਆ ਜਾਂਦਾ ਹੈਗਾ। ਨੈਕਸਟ ਹੈ ਕਿ ਬਰਤਾਨੀਆ ਵਿੱਚ ਇਕਾਤਮ ਸਰਕਾਰ ਹੈ ਅਤੇ ਅਮਰੀਕਾ ਵਿੱਚ ਸੰਘਾਤਮ ਸਰਕਾਰ ਹੈ। ਇਕਾਤਮ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਕਿ ਉੱਥੇ ਨਾਗਰਿਕਤਾ ਵੀ ਕੈਰੀ ਹੋਏਗੀ, ਸੰਵਿਧਾਨ ਵੀ ਕੈਰਾ ਹੋਏਗਾ ਅਤੇ ਵਿਸ਼ਿਆਂ ਦੀ ਵੰਡ ਨਹੀਂ ਹੋਵੇਗੀ। ਬਟ ਸੰਘਾਤਮ ਬਿਲਕੁਲ ਇਸ ਤੋਂ ਉਲਟ ਹੋਏਗਾ, ਨਾਗਰਿਕਤਾ ਵੀ ਦੋਹਰੀ ਹੋਏਗੀ, ਠੀਕ ਹੈ, ਵਿਸ਼ਿਆਂ ਦੀ ਵੀ ਵੰਡ ਕੀਤੀ ਗਈ ਹੋਏਗੀ ਅਤੇ ਸੰਵਿਧਾਨ ਵੀ ਦੋਹਰੇ ਹੋਣਗੇ। ਇਸ ਕਰਕੇ ਅਮਰੀਕਾ ਵਿੱਚ ਸੰਘਾਤਮ ਪ੍ਰਣਾਲੀ ਪਾਈ ਜਾਂਦੀ ਹੈ। ਨੈਕਸਟ ਹੈਗਾ ਬਰਤਾਨੀਆ ਸੰਸਦੀ ਪ੍ਰਣਾਲੀ ਸਰਕਾਰ ਹੈ, ਅਮਰੀਕਾ 'ਚ ਪ੍ਰਧਾਨਿਕ ਪ੍ਰਣਾਲੀ ਸਰਕਾਰ ਹੈ। ਕਿਉਂਕਿ ਜਦੋਂ ਸੰਸਦੀ ਪ੍ਰਣਾਲੀ ਸਰਕਾਰ ਦੀ ਵਿਸ਼ੇਸ਼ਤਾ ਕੀ ਹੈ ਕਿ ਉਹਦਾ ਜਿਹੜਾ ਰਾਸ਼ਟਰਪਤੀ ਆ, ਭਾਵ ਜਿਹੜਾ ਬਾਦਸ਼ਾਹ, ਉਹ ਨਾਮ ਮਾਤਾ ਦਾ ਕਾਰਜ ਮੁਖੀ ਹੈ। ਜਿਵੇਂ ਇੰਡੀਆ ਵਿੱਚ ਸੰਸਦੀ ਪ੍ਰਣਾਲੀ ਸਰਕਾਰ ਪਾਈ ਜਾਂਦੀ ਆ ਅਤੇ ਰਾਸ਼ਟਰਪਤੀ ਨਾਮ ਮਾਤਾ ਦਾ ਕਾਰਜ ਸਾਧਕ ਮੁਖੀ ਆ, ਉਸੇ ਤਰ੍ਹਾਂ ਹੀ ਇੰਗਲੈਂਡ ਦਾ ਜਿਹੜਾ ਬਾਦਸ਼ਾਹ ਵਾ ਉਹ ਨਾਮ ਮਾਤਾ ਦਾ ਕਾਰਜ ਸਾਧਕ ਮੁਖੀ ਆ। ਉਹ ਸੈਕਿੰਡ ਵਿਸ਼ੇਸ਼ਤਾ ਇਹਦੀ ਹੁੰਦੀ ਆ ਕਿ ਵਿਧਾਨ ਪਾਲਿਕਾ ਕਾਰਜਪਾਲਿਕਾ 'ਚ ਗੂੜੇ ਸੰਬੰਧ ਹੁੰਦੇ ਨੇ। ਉਹ ਥਰਡ, ਉਹ ਮੰਤਰੀ ਪਰਿਸ਼ਦ ਸਮੂਹਕ ਜ਼ਿੰਮੇਵਾਰੀ ਦੀ ਭੂਮਿਕਾ ਨਿਭਾਉਂਦੇ ਨੇ। ਇਹ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਬਟ ਜੇ ਅਮਰੀਕਾ ਵਿੱਚ ਪ੍ਰਧਾਨਿਕ ਪ੍ਰਣਾਲੀ ਸਰਕਾਰ ਪਾਈ ਜਾਂਦੀ ਹੈ, ਇਸ ਦੇ ਉਲਟ ਹੋ ਜਾਂਦੀ ਆ ਕਿ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ 'ਚ ਕੋਈ ਗੂੜਾ ਸੰਬੰਧ ਨਹੀਂ ਪਾਇਆ ਜਾਏਗਾ ਅਤੇ ਜਿਹੜਾ ਰਾਸ਼ਟਰਪਤੀ ਆ ਉਹ ਅਸਲੀ ਕਾਰਜ ਸਾਧਕ ਮੁਖੀ ਹੋਏਗਾ।
ਇੱਥੇ ਜਿਹੜਾ ਹੈਗਾ ਨਾ ਮਤ ਦਾ ਖਾਸ ਸਾਧਕ ਮੁਖੀ ਸੀ, ਬਟ ਪ੍ਰਧਾਨਗੀ ਸਰਕਾਰ ਵਿੱਚ ਅਸਲੀ ਖਾਸ ਸਾਧਕ ਮੁਖੀ ਹੋਵੇਗਾ। ਨੈਕਸਟ ਹੈਗਾ ਬਰਤਾਨੀਆ ਵਿੱਚ ਸ਼ਕਤੀਆਂ ਦੀ ਵੰਡ ਨਹੀਂ, ਅਮਰੀਕਾ 'ਚ ਸ਼ਕਤੀਆਂ ਦੀ ਵੰਡ ਹੈ। ਬਰਤਾਨੀਆ ਵਿੱਚ ਕਿਉਂਕਿ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਗੂੜੇ ਸੰਬੰਧ, ਇਸ ਕਰਕੇ ਕੋਈ ਵਿਸ਼ਿਆਂ ਦੀ ਵੰਡ, ਸ਼ਕਤੀਆਂ ਦੀ ਵੰਡ ਨਹੀਂ ਹੈਗੀ, ਕਿਉਂਕਿ ਉਹ ਵਿਧਾਨ ਪਾਲਿਕਾ ਦੀ ਬੈਠਕਾਂ 'ਚ ਹਿੱਸਾ ਲੈਂਦੇ ਆ, ਬਿੱਲ ਪੇਸ਼ ਕਰਦੇ, ਪਾਸ ਕਰਾਉਂਦੇ ਆ। ਬਟ ਜਿਹੜੇ ਅਮਰੀਕਾ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਕੋਈ ਵੀ ਇਹੋ ਜਿਹਾ ਸੰਬੰਧ ਨਹੀਂ ਹੈ, ਉੱਥੇ ਸ਼ਕਤੀਆਂ ਦੀ ਵੰਡ ਹੈ, ਯਾਨੀ ਕਿ ਕਾਰਜਪਾਲਿਕਾ ਆਪਣੇ ਕੰਮ ਕਰਦੀ ਹੈ ਅਤੇ ਵਿਧਾਨ ਪਾਲਿਕਾ ਆਪਣੇ ਕੰਮ ਕਰਦੀ ਹੈ। ਨੈਕਸਟ ਹੈ ਨਿਆਂਪਾਲਿਕਾ ਦੇ ਜਿਹੜੀ ਬਰਤਾਨੀਆ 'ਚ ਨਿਆਂਪਾਲਿਕਾ ਕੋਲ ਨਿਆਂਪਾਲਿਕਾ ਲਿਖਣੀ ਸ਼ਕਤੀ ਨਹੀਂ ਹੈਗੀ, ਬਟ ਅਮਰੀਕਾ ਕੋਲ ਇਹ ਚੀਜ਼ ਹੈਗੀ ਆ। ਕਹਿੰਦਾ ਕਿ ਜੇਕਰ ਮਤਲਬ ਕਿ ਸੰਸਦ ਕੋਈ ਵੀ ਕਾਨੂੰਨ ਬਣਾ ਦਿੰਦੀ ਹੈਗੀ ਆ, ਠੀਕ ਹੈ, ਤਾਂ ਉਹਨੂੰ ਅਪਰਵਾਨ ਨਹੀਂ ਕੀਤਾ ਜਾ ਸਕਦਾ ਗਾ। ਕਿਉਂ? ਕਿਉਂਕਿ ਉਹਦੇ ਕੋਲ ਨਿਆਇਕ ਪੁਨਰ ਲਿਖਣੀ ਸ਼ਕਤੀ ਨਹੀਂ ਹੈਗੀ, ਬਟ ਅਮਰੀਕਾ ਕੋਲ ਇਹ ਸ਼ਕਤੀ ਹੈਗੀ ਹੈ। ਜੇਕਰ ਉਹਨੂੰ ਲੱਗਦਾ ਹੈ ਕਿ ਉਹਨਾਂ ਨੇ ਕਾਂਗਰਸ ਭਾਵ ਅਮਰੀਕਾ ਦੀ ਜਿਹੜੀ ਸੰਸਦ ਆ, ਉਹਨਾਂ ਨੇ ਇਹੋ ਜਿਹਾ ਕਾਨੂੰਨ ਬਣਾਇਆ ਜਿਹੜਾ ਸੰਵਿਧਾਨ ਦੀ ਧਾਰਾ ਨਾਲ ਕੋਈ ਮੇਲ ਨਹੀਂ ਖਾਂਦਾ ਹੈਗਾ, ਉਹਨਾਂ ਦੀ ਕਾਨੂੰਨੀ ਕਿਤਾਬ ਨਾਲ ਮੇਲ ਨਹੀਂ ਖਾਂਦਾ, ਤਾਂ ਉੱਥੇ ਕਿਹੜੀ ਸ਼ਕਤੀ ਦਾ ਪ੍ਰਯੋਗ ਕਰ ਸਕਦੀ ਹੈ? ਨਿਆਇਕ ਪੁਨਰ ਲਿਖਣ ਸ਼ਕਤੀ ਦਾ ਪ੍ਰਯੋਗ ਕਰਕੇ ਉਸ ਕਾਨੂੰਨ ਨੂੰ ਰੱਦ ਕਰ ਸਕਦੀ ਆ ਜਾਂ ਉਹਨੂੰ ਅਸੰਵਿਧਾਨਕ ਘੋਸ਼ਿਤ ਕਰ ਸਕਦੀ ਆ। ਨੈਕਸਟ ਹੈਗਾ ਬਰਤਾਨੀਆ ਵਿੱਚ ਸੰਸਦ ਦੀ ਸਰਵਉੱਚਤਾ ਹੈ ਅਤੇ ਅਮਰੀਕਾ ਵਿੱਚ ਅਜਿਹਾ ਨਹੀਂ, ਕਿਉਂਕਿ ਬਰਤਾਨੀਆ 'ਚ ਸੰਸਦੀ ਪ੍ਰਣਾਲੀ ਸਰਕਾਰ ਵਾ, ਉਸ ਵਿੱਚ ਸੰਸਦ ਨੇ ਜੋ ਵੀ ਕਾਨੂੰਨ ਪਾਸ ਕਰ ਦਿੱਤਾ ਹੁੰਦਾ ਉਹਨੂੰ ਰੱਦ ਨਹੀਂ ਕੀਤਾ ਜਾ ਸਕਦਾ, ਇਸ ਕਰਕੇ ਉਸ ਦੀ ਸੰਸਦ ਦੀ ਸਰਵਉੱਚਤਾ ਪਾਈ ਜਾਂਦੀ ਆ। ਬਟ ਅਮਰੀਕਾ ਵਿੱਚ ਅਜਿਹਾ ਨਹੀਂ ਹੁੰਦਾ ਹੈਗਾ। ਅਮਰੀਕਾ 'ਚ ਸੰਸਦ ਦੀ ਸਰਵਉੱਚਤਾ ਨਹੀਂ ਹੈ। ਕਾਂਗਰਸ ਕੇਵਲ ਉਹਨਾਂ ਵਿਸ਼ਿਆਂ ਦੇ ਕਾਨੂੰਨ ਬਣਾ ਸਕਦੀ ਹੈਗੀ ਆ ਜਿਹੜੇ ਕਿ ਸੰਵਿਧਾਨ ਅਨੁਸਾਰ ਉਸਨੂੰ ਦਿੱਤੇ ਗਏ ਆ, ਆਪਣੀ ਮਰਜ਼ੀ ਨਾਲ ਕੋਈ ਕਾਨੂੰਨ ਨਹੀਂ ਬਣਾ ਸਕਦੀ ਹੈਗੀ। ਸੱਟਾ ਪਿੱਛੇ ਲਿਖੇ ਅੰਤਰਾਂ ਤੋਂ ਇਲਾਵਾ ਅਨੇਕਾਂ ਹੀ ਹੋਰ ਅੰਤਰ ਅਮਰੀਕਾ ਅਤੇ ਬਰਤਾਨੀਆ ਦੀ ਸੰਵਿਧਾਨਕ ਪ੍ਰਣਾਲੀਆਂ 'ਚ ਪਾਏ ਜਾਂਦੇ ਹਨ। ਅੰਦਰ ਦੋਹਾਂ ਦੇਸ਼ਾਂ 'ਚ ਵੱਖ-ਵੱਖ ਪ੍ਰਣਾਲੀ ਦੀਆਂ ਸ਼ਾਸਨ ਪ੍ਰਣਾਲੀਆਂ ਹੋਣ ਕਰਕੇ ਹਨ। ਆਪਾਂ ਜਾਣਦੇ ਹਾਂ ਕਿ ਬਰਤਾਨੀਆ 'ਚ ਸੰਸਦੀ ਪ੍ਰਣਾਲੀ ਸਰਕਾਰ ਹੈ ਅਤੇ ਅਮਰੀਕਾ 'ਚ ਕਿਹੜੀ ਆ? ਬਰਤਾਨਿਕ ਸਰਕਾਰ ਆ। ਬਰਤਾਨੀਆ 'ਚ ਇਕਾਤਮਕ ਸਰਕਾਰ ਆ ਅਤੇ ਅਮਰੀਕਾ 'ਚ ਸੰਘਾਤਮਕ ਆ। ਇਸੇ ਕਰਕੇ ਦੋਹਾਂ ਦੇਸ਼ਾਂ ਦੀ ਸੰਵਿਧਾਨਕ ਪ੍ਰਣਾਲੀਆਂ ਦਾ ਅੰਤਰ ਹੋਣਾ ਸੁਭਾਵਿਕ ਆ, ਪਰੰਤੂ ਫਿਰ ਵੀ ਬਰਤਾਨੀਆ ਅਤੇ ਅਮਰੀਕਾ ਦੀ ਸੰਵਿਧਾਨਕ ਪ੍ਰਣਾਲੀਆਂ 'ਚ ਬੁਨਿਆਦੀ ਸਾਂਝ ਆ। ਕਿਉਂ? ਰੀਜ਼ਨ ਕੀ ਆ ਕਿ ਦੋਵਾਂ ਦੇਸ਼ਾਂ 'ਚ ਲੋਕਤੰਤਰੀ ਪ੍ਰਣਾਲੀ ਦੀ ਸਰਕਾਰ ਪਾਈ ਜਾਂਦੀ ਹੈ ਅਤੇ ਦੋਵੇਂ ਹੀ ਦੇਸ਼ ਲੋਕਤੰਤਰੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਦੇ ਹਨ। ਥੈਂਕਸ।